ਵਾਹਿਗੁਰੂ ਸੱਚੇ ਪਾਤਸ਼ਾਹ। ਚਲੋ ਜੀ ਵਾਹਿਗੁਰੂ।
ਗੁਰਮੁਖ ਅਤੇ ਜਨਵਾਜੀ ਸਿੰਧੜੀ ਗੁਰਮੁਖ ਅਤੇ ਜਨਵਾਜੀ ਲੱਗੇ ਹਾਜ਼ਰੀ ਲਾਉਣ ਦਾਤਿਆ ਮਿਹਰ ਕਰੀ ਹਾਂ ਮਿਹਰ ਕਰੀ ਲੱਗੇ ਹਾਂ ਜਸ ਗਾਉਣ ਦਾਤਿਆ ਮਿਹਰ ਕਰੀ ਹਾਂ ਮਿਹਰ ਕਰੀ ਲੱਗੇ ਹਾਂ ਜਸ ਗਾਉਣ ਦਾਤਿਆ ਮਿਹਰ ਕਰੀ ਭਗਤ ਵਤਸਲ ਕੋਟ ਖੰਡਾ ਬ੍ਰਹਮੰਡਾਂ ਦੇ ਮਾਲਿਕ ਮੇਰੇ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਜੁਗ ਜੁਗਿਆ ਕੱਲ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਓ। ਕੁਝ ਕਹਿਣ ਤੋਂ ਪਹਿਲਾਂ ਹੇਮਕੁੰਟ ਦੇ ਤਪਸਵੀ ਪਰਮਾਤਮਾ ਦੇ ਪੁੱਤਰ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਲਖਤੇ ਜਿਗਰ ਮਾਂ ਗੁਜਰੀ ਦੇ ਨੂਰੇ ਨਜ਼ਰ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਸਵਾਰ ਬਾਦਸ਼ਾਹ ਦਰਵੇਸ਼ ਭਗਤੀ ਤੇ ਸ਼ਕਤੀ ਦੇ ਮਾਲਕ ਗੁਰੂ ਪੰਥ ਦੇ ਬਾਨੀ ਸਰਬੰਸ ਦਾਨੀ ਨਾਸਰ ਮਨਸੂਰ ਇਹ ਜੀ ਮਨਜੂਰ ਸ਼ਾਹ ਛੰਛਾ ਮਰਦ ਕਬੜਾ ਬ੍ਰਿਆਮਾ ਕੇਲਾ ਪਰਮ ਪੂਜੇ ਪਾਕ ਵਾਲੀਆ ਕੁਲਿਆਲਮ ਹਜੂਰੇ ਅਨਵਰ ਸਰਵਰੇ ਕਾਇਨਾਤ ਜਾਤੇ ਬਾਬ ਕਰਾਤੇ ਫਕਰੇ ਮੌਜੂਦਾਤ मुजस्मा सिम तो सफात सही तो साहबा शाह दो आलम कादर मोकल के माहिंदबी शाह खुदा हस्ती मुकद्दस ला इंतहा एक पंजाबी दा विद्वान बड़ा सुंदर लिखदा ओ कहंदा बंदगी बगैर कोई नाम लैंदा नहीं देओदा भाई बंदगी बगैर धन्ना पत्थर जो पौधा ना बंदगी बगैर जस हुंदा ना कबीर जी दा बंदगी बगैर सैन भगत कहां ना बंदगी बगैर रविदास मान पौधा ना बंदगी बगैर ना मुक्त होवे शीतल जी बंदगी बगैर बंदा किसे काम आउंदा ना सो अपनियां ते दास ते ढाडी दथे दियां हाजरियां मेरे साहब दी पवित्र गोद दे अंदर लगाउण दा यतन करो। सब तो पहला शीस झुकाओ। शीस दो तरह झुकाया जांदा शीस दो तरह पहला शीस ਜਾਂ ਸਿਰ ਤੁਸੀਂ ਝੁਕਦਾ ਵੇਖਿਆ ਹੋਣਾ ਥਾਣੇ ਅੰਦਰ ਕਚਹਿਰੀਆਂ ਅੰਦਰ ਬੜੇ ਪੰਚਾਇਤ ਦੇ ਅੰਦਰ ਜਿਸ ਨੂੰ ਮੇਰਾ ਬਾਬਾ ਨਾਨਕ ਕਹਿੰਦਾ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਕੇ ਦੱਸਦੇ ਨੇ ਕਿ ਭਾਗਾਂ ਵਾਲਿਓ ਜੇ ਮਨ ਕਰਕੇ ਝੁਕਣਾ ਅਪਰਾਧੀ ਦੂਣਾ ਨਹੀਂ ਅਸੀਂ ਅਪਰਾਧੀ ਬਣ ਕੇ ਇੱਥੇ ਝੁਕਣਾ ਨਹੀਂ ਅਸੀਂ ਝੁਕਣਾ ਕਿਵੇਂ ਮਿੱਠਾ ਤਾਂ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਅੰਦਰੋਂ ਨੀਵੇਂ ਹੋਵੋ ਸਾਹਿਬ ਦੇ ਚਰਨਾਂ ਵਿੱਚ ਆਪਣੀ ਤੇ ਦਾਸ ਦੀ ਢਾਡੀ ਜਥੇ ਦੀ ਹਾਜ਼ਰੀ ਲਵਾਓ। ਇੱਕ ਵਾਰ ਟਾਈਮ ਤੇ ਸਾਰੀ ਸੰਗਤ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਦਾਦਾ ਨੇ ਬੜੀ ਮਹਾਨ ਤੇ ਅਪਾਰ ਕਿਰਪਾ ਕੀਤੀ ਆ ਬਿਨ ਭਾਗਾ ਸਤ ਸੰਗ ਨਾ ਲੱਭਾ ਬਿਨ ਸੰਗਤ ਨਾਲ ਪਰਿਜੈ ਜੀਓ। ਬੜੇ ਵੱਡੇ ਭਾਗ ਹੁੰਦੇ ਨੇ ਜਦੋਂ ਸਾਨੂੰ ਮੇਰੇ ਸਾਹਿਬ ਦੀ ਪਵਿੱਤਰ ਗੋਦ ਦੇ ਅੰਦਰ ਸਾਨੂੰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਵੱਡੇ ਭਾਗ ਨੇ ਤੁਹਾਡੇ ਵੱਡੇ ਭਾਗ ਨੇ ਸਾਡੇ ਜੋ ਸ਼ਾਹੇ ਸ਼ਹਿਨਸ਼ਾਹ ਦਾ ਧਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਉਸ ਰਾਜੇ ਮਹਾਰਾਜੇ ਦੀ ਪਵਿੱਤਰ ਗੋਦ ਦੇ ਅੰਦਰ ਸਾਨੂੰ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਕਲੀ ਆਦੀ ਕਰੀ ਆਦੀ ਹੁੰਦੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋਲਾ ਜਿੰਨਾ ਕੁ ਸਮਾਂ ਸੀ ਬਹਿਣਾ ਬੜੇ ਚਾਅ ਨਾਲ ਬਹਿਣਾ ਗੁਰੂ ਦੀ ਗੋਦ ਦੇ ਅੰਦਰ ਬੈਠ ਕੇ ਗੁਰੂ ਦਾ ਇਤਿਹਾਸ ਸਰਵਣ ਕਰਨਾ। ਸਭ ਤੋਂ ਪਹਿਲਾਂ ਮੈਂ ਕਲਗੀਆਂ ਵਾਲੇ ਪਾਤਸ਼ਾਹ ਮੇਰੇ ਬਾਦਿਆਂ ਵਾਲੇ ਪ੍ਰੀਤਮ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਮੇਰੇ ਢਾਡੀ ਦਥੇ ਵੱਲੋਂ ਆਪ ਦੀ ਸਿੱਖ ਸੰਗਤ ਨੂੰ ਕਰੋੜਾਂ ਹੀ ਵਾਰ ਵਧਾਈਆਂ ਹੋਣਗੀ। ਆਓ ਇਤਿਹਾਸ ਦੀ ਗਾਥਾ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸ਼ਾਇਦ ਲਿਖਦਾ ਹੈ ਉਹ ਕਹਿੰਦਾ ਜਿਸ ਮਕਾਨ ਦੀ ਨੀਂਹ ਕਮਜ਼ੋਰ ਹੋ ਜਾਏ ਉਹ ਘੜੀ ਵੀ ਨਹੀਂ ਦੇ ਪਲ ਵੀ ਨਹੀਂ ਜਿਸ ਸੁਦਾਗ ਦਾ ਮਾਲੀ ਬੇਈਮਾਨ ਹੋ ਜਾਏ ਉਹਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ ਜਿਹੜੀ ਗਊ ਸ਼ੇਰ ਦੇ ਮੂੰਹ ਪੈ ਦੇ ਉਹਦਾ ਮਾਸ ਵੀ ਨਹੀਂ ਤੇ ਫਲ ਵੀ ਨਹੀਂ ਉਹ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਅੱਜ
ਸੇਵਾ ਵਿੱਚ ਰੱਖਣ ਲੱਗਾ। ਇੱਕ ਵਾਰ ਸਾਰੀ ਸੰਗਤ ਮਨ ਚੇਤੇ ਕਾਗਰ ਕਰਕੇ ਕਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਆਓ ਮੈਂ ਬਾਜਾਂ ਵਾਲੇ ਪ੍ਰੀਤਮ ਦੇ ਪਾਵਨ ਇਤਿਹਾਸ ਦੀ ਗਾਥਾ ਤੁਹਾਡੀ ਸੇਵਾ ਵਿੱਚ ਰੱਖਣ ਲੱਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਸਦਕਾ ਇਸ ਧਰਤੀ ਦੇ ਉੱਤੇ ਭਾਗਾਂ ਵਾਲੇ ਬੜੇ ਪੀਰ ਹੋਏ ਨੇ, ਪੈਗੰਬਰ ਹੋਏ ਨੇ, ਬਲੀ ਹੋਏ ਨੇ, ਯੋਧੇ ਹੋਏ ਨੇ, ਜੱਦੀ ਹੋਏ ਨੇ, ਸਤੀ ਹੋਏ ਨੇ, ਪ੍ਰਮਾਤਮਾ ਹੋਏ ਨੇ। ਹਰੇਕ ਧਰਮ ਦੇ ਅੰਦਰ ਮੈਂ ਇੱਕ ਦਾ ਨਾਮ ਵਿਸ਼ੇਸ਼ ਕਰਕੇ ਨਹੀਂ ਲੈਂਦਾ। ਮੇਰੇ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਦੁਨੀਆ ਦੇ ਅੰਦਰ ਭੇਜਿਆ, ਪਰ ਜੋ ਕੁਝ ਹੋਣਾ ਚਾਹੀਦਾ ਸੀ ਉਹ ਹੋ ਨਹੀਂ ਸਕਿਆ। ਫਿਰ ਮੇਰੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਉਹਨਾਂ ਨੇ ਸਿੱਖੀ ਦੇ ਬੂਟੇ ਦੀ ਦਾਤ ਲਾਈ ਤੇ ਇਸ ਸਿੱਖੀ ਬੂਟੇ ਦੀ ਜਿਹੜੀ ਪਰੰਪਰਾ ਉਹ ਸਰਬੱਤ ਦੇ ਭਲੇ ਤੋਂ ਸ਼ੁਰੂ ਕੀਤੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਮਿਸ਼ਨ ਤੋਂ ਮੇਰੇ ਸਤਿਗੁਰਾਂ ਨੇ ਸਿੱਖ ਧਰਮ ਦਾ ਆਗਾਜ਼ ਕੀਤਾ ਹੈ। ਇਸ ਧਰਮ ਦੇ ਅੰਦਰ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ। ਸਮੇਂ ਸਮੇਂ ਅਨੁਸਾਰ ਮੇਰੇ ਸਤਿਗੁਰੂ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਰਹੇ। ਇੱਕ ਦਿਨ ਉਹ ਸਮਾਂ ਆ ਗਿਆ ਜਿਸ ਦਿਨ ਭਾਗਾਂ ਵਾਲਾ ਔਰੰਗਜ਼ੇਬ ਬਾਦਸ਼ਾਹ ਆਪਣੇ ਤਖਤ ਦੇ ਉੱਤੇ ਬੈਠਾ। ਉਹਨੇ ਤਖਤ ਤੇ ਬੈਠੇ ਸਾਰ ਇੱਕ ਐਲਾਨ ਜਾਰੀ ਕਰ ਦਿੰਦਾ ਹੈ। ਉਹ ਐਲਾਨ ਕਿਹੜਾ ਸੀ ਮੈਂ ਤੁਹਾਡੇ ਧਿਆਨ ਹਿੱਤ ਦੱਸ ਜਾਵਾਂ। ਜਿਵੇਂ ਕਿਸਾਨਾਂ ਦੇ ਉੱਤੇ ਆ ਧੱਕੇ ਦੇ ਨਾਲ ਕਾਲੇ ਕਾਨੂੰਨ ਥੋਪੇ ਜਾ ਰਹੇ ਸੀ, ਸਭ ਕੁਝ ਪਾਸ ਕਰ ਦਿੱਤਾ ਗਿਆ। ਔਰੰਗਜ਼ੇਬ ਦਾ ਫਰਮਾਨ ਕਿਹੜਾ ਸੀ ਜੋ ਵੀ ਇਸ ਭਾਰਤ ਸੰਸਾਰ ਅੰਦਰ ਵਸਦਾ ਉਹਨੂੰ ਗੁਲਾਮ ਬਣਾ ਲਓ। ਹਰ ਘਰ ਦੇ ਅੰਦਰ ਹੈਦਰੀ ਝੰਡਾ ਝੁੱਲ ਜਾਵੇ, ਬਸ ਇੱਕੋ ਹੀ ਮੱਤ ਹੋਵੇ ਜਿਹੜੀ ਅੱਲਾਹੁ ਅਕਬਰ ਦੇ ਅਧੀਨ ਹੋਵੇ। ਮੈਂ ਨਹੀਂ ਕਹਿੰਦਾ ਅੱਲਾਹ ਕਹਿਣਾ ਮਾੜਾ, ਮੈਂ ਨਹੀਂ ਕਹਿੰਦਾ ਇਸਲਾਮ ਮਾੜਾ, ਪਰ ਕਿਸੇ ਧਰਮ ਦੇ ਬੰਦੇ ਮਾੜੇ ਹੋ ਸਕਦੇ ਨੇ, ਧਰਮ ਕੋਈ ਮਾੜਾ ਨਹੀਂ ਹੁੰਦਾ। ਸ਼ਾਇਰ ਕਹਿੰਦਾ ਹੈ, ਉਹ ਕਹਿੰਦਾ ਤੁਮ ਰਾਮ ਕਹੋ वो रहीम कहे दोनों की गर्ज अल्लाह से है, तुम दीन कहो वो धर्म कहे मतलब तो उसकी क्या से है। क्यों लड़ता है नाजे बंदे ये सब खाम ख्याली है तो पेड़ एक वो ही हर मजहब एक डाली है। जिवें दरख्त की जड़ एक हुंदी है ਉਹਦੇ ਫਲ ਫੁੱਲ ਪੱਤੇ ਟਹਿਣੀਆਂ ਅਨੇਕ ਹੋਇਆ ਕਰਦੇ ਨੇ। ਇਸੇ ਤਰ੍ਹਾਂ ਰਾਮ ਕਹਿ ਲੋ, ਵਾਹਿਗੁਰੂ ਕਹਿ ਲੋ, ਖੁਦਾ ਕਹਿ ਲੋ, ਗੋਡ ਕਹਿ ਲੋ, ਇਸ਼ਕ ਕਹਿ ਲੋ, ਪਰਮਾਤਮਾ ਕਹਿ ਲੋ, ਭਾਗਾਂ ਵਾਲਾ ਜੋ ਵੀ ਕਹਿਣਾ ਹਿਰਦੇ ਦੇ ਵਿੱਚੋਂ ਹੈ। ਫਾਰਮੈਲਿਟੀ ਦੇ ਤੌਰ ਤੇ ਕੁਝ ਨਹੀਂ ਪ੍ਰਵਾਨ ਹੋਣਾ। ਜੇ ਫਾਰਮੈਲਿਟੀ ਦੀ ਗੱਲ ਕਰੀਏ ਸਤਿਗੁਰੂ ਕਹਿੰਦੇ ਪੜ ਪੜ ਗੱਡੀ ਲੱਦੀਆ ਪੜ ਪੜ ਭਰੀਆ ਸਾਥ ਪੜ ਪੜ ਬੇੜੀ ਪਾਈਆ ਪੜ ਪੜ ਗੱਡੀਆ ਖਾਲ ਪੜੀਆ ਚੇਤੇ ਫਰਸ ਵਰਸ ਪੜੀਆ ਚੇਤੇ ਸਾਸ। ਭਾਗਾਂ ਵਾਲੇ ਇੱਕ ਗੱਲ ਯਾਦ ਰੱਖਿਓ ਜੀ, ਜੇ ਦਿਲ ਵਿੱਚ ਪਿਆਰ ਨਹੀਂ, ਗੁਰੂ ਦਾ ਸਤਿਕਾਰ ਨਹੀਂ, ਕਿਸੇ ਵੀ ਧਰਮ ਦਾ ਹੋ ਸਕਦਾ। ਕੋਈ ਹਿੰਦੂ ਵੀਰ ਹੋਵੇਗਾ ਜੇ ਉਹ ਮੰਦਿਰ ਵਿੱਚ ਜਾ ਕੇ ਆਪਣੇ ਇਸ਼ਟ ਦੇ ਅੱਗੇ ਮਨੋਂ ਝੁਕਦਾ ਨਹੀਂ, ਉਹਦਾ ਮੰਦਿਰ ਜਾਣਾ ਮੇਰੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ। ਜੇ ਕੋਈ ਵੀਰ ਈਸਾਈ ਬੈਠਾ ਹੋਵੇ ਜਾਂ ਸੁਣਦਾ ਹੋਵੇ, ਜੇ ਉਹ ਚਰਚ ਵਿੱਚ ਜਾਂਦਾ ਤੇ ਦਿਲੋਂ ਜਾਵੇ, ਨਹੀਂ ਤੇ ਜਾਣ ਦਾ ਕੋਈ ਫਾਇਦਾ ਨਹੀਂ। ਅਸੀਂ ਗੁਰਦੁਆਰੇ ਆਉਣੇ ਆ, ਜੇ ਅਸੀਂ ਮਨ ਕਰਕੇ ਨਾ ਆਏ ਫਿਰ ਸਾਡਾ ਭਾਗਾਂ ਵਾਲੋ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇੱਥੇ ਫਾਰਮੈਲਿਟੀ ਨਹੀਂ ਕੀਤੀ ਜਾਂਦੀ। ਇੱਥੇ ਹੈ ਕੀ ਹੈ ਪਹਿਲਾਂ ਇਹ ਗੱਲ ਪੁੱਛਣੀ ਪਵੇਗੀ। ਮੇਰੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਦੇ ਨੇ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇੱਥੇ ਸੱਚ ਹੈ। ਸੱਚ ਸੁਣਨਾ ਬੜਾ ਔਖਾ ਹੁੰਦਾ ਹੈ। ਕਈਆਂ ਦੇ ਮਨਾਂ ਦੇ ਅੰਦਰ ਆਵਾਜ਼ ਵੀ ਜ਼ਿਆਦਾ ਲੱਗਦੀ ਹੈ ਮੁਆਫ ਕਰਨਾ, ਪਰ ਜਦੋਂ ਪੈਲਸਾਂ ਦੇ ਅੰਦਰ ਬੈਠੇ ਹੋਈਏ ਕਦੀ ਕਿਸੇ ਨੇ ਨਹੀਂ ਕਿਹਾ ਆਵਾਜ਼ ਘੱਟ ਕਰ ਦਿਓ, ਪਰ ਉਦੋਂ ਕਹਿਣਗੇ ਜੀ ਮੇਰੀ ਹਾਰਟ ਦੀ ਜਿਹੜੀ ਬੀਟ ਹੈ ਨਾ ਇਹ ਥੋੜੀ ਜਿਹੀ ਧੜਕਣ ਵੱਧ ਜਾਂਦੀ ਹੈ। ਸੱਚੀ ਗੱਲ ਹੈ, ਸੱਚ ਸੁਣਨਾ ਸਾਰਿਆਂ ਦੀ ਹਾਰਟ ਬੀਟ ਵੱਧਦੀ ਹੈ, ਕੋਈ ਸ਼ੱਕ ਨਹੀਂ। ਇੱਕ ਵਾਰ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ ਜੀ। ਮੇਰੇ ਗੁਰੂ ਬਾਬਾ ਜੀ ਕਿਰਪਾ ਕਰਨਾ ਭਾਗਾਂ ਵਾਲਿਓ। ਔਰੰਗਜ਼ੇਬ ਬਾਦਸ਼ਾਹ ਨੇ ਇੱਕ ਐਲਾਨ ਜਾਰੀ ਕਰ ਦਿੱਤਾ, ਕੁੱਲ ਦੁਨੀਆ ਦੇ ਉੱਤੇ ਹੈਦਰੀ ਝੰਡਾ ਚੜਾ ਦਿਓ। ਸਭ ਤੋਂ ਪਹਿਲਾਂ ਇਹ ਫਰਮਾਨ ਇਹ ਭਾਗਾਂ ਵਾਲਿਓ ਜਾਰੀ ਹੋਇਆ ਕਸ਼ਮੀਰ ਦੀ ਧਰਤੀ ਦੇ ਉੱਤੇ, ਪਰ ਉਧਰ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਧਰਤੀ ਨੇ ਪੁਕਾਰ ਕੀਤੀ, ਸੰਸਾਰ ਦੇ ਲੋਕਾਂ ਨੇ ਪੁਕਾਰ ਕੀਤੀ, ਜੀਵ ਰੋਏ, ਜੰਤੂ ਰੋਏ,
ਪਸ਼ੂ ਰੋਏ, ਪੰਛੀ ਰੋਏ। ਮੈਂ ਇੱਕ ਬੇਨਤੀ ਤੁਹਾਨੂੰ ਕਰ ਜਾਵਾਂ, ਭਾਗਾਂ ਵਾਲਿਓ, ਰੋਣਾ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਰੋਣਾ ਉਹ ਹੁੰਦਾ ਜਿਹਨੂੰ ਅਸੀਂ ਆਪਣੀ ਲੋੜ ਵਾਸਤੇ ਰੋਂਦੇ ਆ। ਘਰ ਦੇ ਵਿੱਚੋਂ ਕੋਈ ਜੀ ਚਲਾ ਜਾਵੇ, ਸਾਡੇ ਮਨ ਵਿੱਚ ਕੀ ਹੁੰਦਾ? ਸਿਆਣਾ ਬੰਦਾ ਸੀ, ਘਰੇ ਬੈਠਾ ਸੀ, ਘਰ ਦਾ ਜਿੰਦਾ ਸੀ, ਤਾਂ ਲੋਕੀ ਰੋਂਦੇ ਨੇ। ਤੇ ਦੂਸਰਾ ਰੋਣਾ ਉਹ ਹੁੰਦਾ ਜਦੋਂ ਕੋਈ ਧਰਮ ਦੇ ਉੱਤੇ ਡਾਕਾ ਮਾਰੇ, ਜਦੋਂ ਕੋਈ ਧਰਮ ਨੂੰ ਖਤਰਾ ਪੈਦਾ ਹੋ ਜਾਏ, ਉਦੋਂ ਇਨਸਾਨ ਮੈਂ ਅੰਦਰੋਂ ਰੋਂਦੇ ਵੇਖੇ ਨੇ। ਉਹ ਕੀ ਕਹਿੰਦੇ? ਆਪ ਗਵਾਈਆ ਤਾਂ ਸਭ ਗਵਾਈਆ। ਉਹ ਆਪਣਾ ਆਪ ਕੌਮ ਦੇ ਉੱਤੇ ਨਿਸ਼ਾਵਰ ਕਰ ਜਾਇਆ ਕਰਦੇ ਨੇ। ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਆਓ ਤੱਕੋ ਇਹਦੇ ਸੀਨ ਉਸ ਵੇਲੇ ਨਿਰੰਕਾਰ ਪਰਮਾਤਮਾ ਉਹਨੇ ਕੁੱਲ ਧਰਤੀ ਦੇ ਉੱਤੇ ਨਿਗਾਹ ਘਮਾਈ। ਕੀ ਸੋਚਿਆ? ਇਸ ਧਰਤੀ ਤੇ ਭਗਵਾਨ ਰਾਮਚੰਦਰ ਜੀ ਗਏ, ਇਸ ਧਰਤੀ ਤੇ ਕ੍ਰਿਸ਼ਨ ਭਗਵਾਨ ਜੀ ਗਏ, ਇਸ ਧਰਤੀ ਤੇ ਸ਼ਿਵ ਭਗਵਾਨ ਗਏ, ਇਸ ਧਰਤੀ ਦੇ ਉੱਤੇ ਕਿੰਨੇ ਜਪੀ ਸਤੀ ਮੈਂ ਸੰਸਾਰ ਅੰਦਰ ਭੇਜੇ, ਪਰ ਧਰਤੀ ਦੇ ਲੋਕਾਂ ਦੀ ਪੁਕਾਰ ਕੀ ਹੈ? ਹੁਣ ਪਰਮੇਸ਼ਰ ਨਿਗਾਹ ਘਮਾਉਂਦਾ ਹੈ। ਮੈਂ ਨਹੀਂ ਕਹਿੰਦਾ ਮੇਰੇ ਆਖੇ ਨਾ ਲੱਗਿਓ ਜੀ, ਮੈਂ ਪਹਿਲਾਂ ਦੱਸ ਦੇਵਾਂ, ਸਤਿਗੁਰੂ ਕਹਿੰਦਾ ਤਹੀ ਪ੍ਰਕਾਸ਼ ਹਮਾਰਾ ਪਇਓ। ਉਸ ਤੋਂ ਪਹਿਲਾਂ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਉਹ ਪਾਵਨ ਧਰਤੀ ਹੇਮ ਕੁੰਡ ਪਰਬਤ ਹੈ ਜਹਾਂ, ਸਪਤ ਸ਼ਰਿੰਗ ਸ਼ੋਭਿਤ ਹੈ। ਉਸ ਧਰਤੀ ਦੇ ਉੱਤੇ ਨਿਰੰਕਾਰ ਨਿਗਾਹ ਘਮਾਉਂਦਾ ਘਮਾਉਂਦਾ ਪਹੁੰਚਿਆ ਉਹਦੇ ਦੁਸ਼ਟ ਦਮਨ ਦੇ ਰੂਪ ਵਿੱਚ। ਮੈਂ ਇੱਥੇ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਾਂਗਾ। ਸਾਡਾ ਫਰਜ਼ ਬਣਦਾ ਤੁਹਾਨੂੰ ਦੱਸ ਦੇਣਾ, ਮੰਨਣਾ ਤੇ ਨਾ ਮੰਨਣਾ ਤੁਹਾਡਾ ਆਪਣਾ ਫਰਜ਼ ਹੈ। ਮੈਂ ਬੇਨਤੀ ਕਰਦਾ, ਬਹੁਤੇ ਲੋਕ ਮੇਰੇ ਵਰਗੇ ਕਿੰਤੂ ਪ੍ਰੰਤੂ ਤੇ ਆਉਂਦੇ ਨੇ। ਉਹਨਾਂ ਦੀ ਸੋਚ ਕੀ ਹੁੰਦੀ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਬਸ ਉਹੀ ਸੱਚ ਹੈ, ਬਾਕੀ ਸਭ ਕੁਝ ਝੂਠ ਹੈ। ਮੇਰੇ ਪਾਤਸ਼ਾਹ ਦੇ ਦੁਸ਼ਟ ਦਮਨ ਦੇ ਅਵਤਾਰ ਨੂੰ ਵੀ ਭਾਗਾਂ ਵਾਲੇ ਸੰਸਾਰ ਦੇ ਲੋਕ ਖੰਡਨ ਕਰਦੇ ਨੇ, ਪਰ ਮੈਂ ਨਹੀਂ ਕਹਿੰਦਾ। ਮੇਰੇ ਗੁਰੂ ਕਿਰਪਾ ਕਰਨ। ਉਸ ਧਰਤੀ ਦੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਇੱਕ ਤਪੀ ਦੇ ਵਚਨ ਹੋ ਰਹੇ ਨੇ, ਇੱਕ ਤਪੀਸ਼ਰ ਦੇ ਵਚਨ ਹੋ ਰਹੇ ਨੇ। ਆ ਤੱਕਿਓ ਦੇ ਦੁਸ਼ਟ ਦਮਨ ਦੇ ਰੂਪ ਵਿੱਚ ਕਵੀ ਦੀ ਕਲਮ ਦੇ ਜਲਵੇ ਦਾ ਧਰਤੀ ਦਾ ਥਾਂ ਬੋਲਣ ਦਾ ਵੇਰ ਬਾਬਾ ਜੀ ਇਉਂ ਕਰਿਆ ਏ। ਆਪ ਦੀ
ਦੁਨੀਆ ਭੁੱਲੀ ਭਟਕਦੀ ਰਾਹ ਸਿੱਧੇ ਪਾਵਾਂ ਹਾਂਜੀ ਪਾਵਾਂ ਦੁਨੀਆ ਭੁੱਲੀ ਭਟਕਦੀ ਰਾਹ ਸਿੱਧੇ ਪਾਵਾਂ ਜੋ ਮੰਨੇ ਰੱਬ ਨੂੰ ਉਹ ਧਰਮ ਚਲਾਵਾਂ ਹਾਂ ਚਲਾਵਾਂ ਜੋ ਮੰਨੇ ਰੱਬ ਨੂੰ ਉਹ ਧਰਮ ਚਲਾਵਾਂ ਐ ਪਰ ਮੇਰੇ ਦਾਦਿਆ ਇੱਕ ਵਾਰ ਵੀ ਚਾਹਾਂ ਹਾਂਜੀ ਚਾਹਾਂ ਐ ਪਰ ਮੇਰੇ ਦਾਦਿਆ ਇੱਕ ਵਾਰ ਵੀ ਚਾਹਾਂ ਆਪਣਾ ਸਹਾਇਤਾ ਮੈਂ ਜਦੋਂ ਬੁਲਾਵਾਂ ਹਾਂ ਬੁਲਾਵਾਂ ਹਾਂ ਬੁਲਾਵਾਂ ਇਤਿਹਾਸ ਦੇ ਮਾਣ ਅੰਦਰ ਮੇਰੀਆਂ ਸਤਿਕਾਰਯੋਗ ਭੈਣਾਂ ਮਾਤਾਵਾਂ ਬਜ਼ੁਰਗ ਬੱਚੇ ਨੌਜਵਾਨ ਸਮੂਹ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਮੇਰੇ ਨੈਣਾਂ ਦੇ ਤਾਰੇ ਹੋ ਤੁਸੀਂ ਸਾਰੇ ਗੁਰੂ ਸਾਹਿਬ ਨੇ ਬੜੀ ਤੁਹਾਡੇ ਉੱਤੇ ਕਿਰਪਾ ਕੀਤੀ ਆ ਸਾਡੇ ਉੱਤੇ ਬੜੀ ਕਿਰਪਾ ਕੀਤੀ ਸਾਨੂੰ ਸਾਰਿਆਂ ਨੂੰ ਗੁਰੂ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਗੁਰੂ ਗੁਰੂ ਗੁਰਕਰਮ ਅਨਮੋਲ ਗੁਰੂ ਬਿਨਾ ਮੈਂ ਨਹੀਂ ਗੁਰੂ ਤੋਂ ਬਿਨਾ ਭਾਗਾਂ ਵਾਲਾ ਸਾਡਾ ਜੀਵਨ ਹੀ ਆਉਂਦਾ ਹੈ ਬੇਅੰਤ ਸਿੱਖ ਸੰਗਤਾਂ ਵੱਲੋਂ 150 ਦਮੜੇ ਮਾਨ ਸਤਿਕਾਰ ਦੇ ਅੰਦਰ ਗੁਰੂ ਸਾਹਿਬ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਅਸੀਸਾਂ ਆ ਰਹੀਆਂ ਨੇ ਤੇ ਦਿਲੋਂ ਧੰਨਵਾਦ ਹੈ ਮੇਰਾ ਦਾਦਾ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰੇ ਮੈਂ ਇਹੋ ਹੀ ਅਰਦਾਸ ਕਰ ਸਕਦਾ ਕਿ ਸਤਿਗੁਰੂ ਖਜ਼ਾਨੇ ਭਰਪੂਰ ਰੱਖੀ ਹਰ ਇੱਕ ਮਨੁੱਖ ਦੀ ਜਿਹੜੀ ਦਿਲੀ ਇੱਛਾ ਸਤਿਗੁਰੂ ਆਪਣੀ ਗੁਰਮਰਿਆਦਾ ਅਨੁਸਾਰ ਸੰਪੂਰਨ ਕਰਨ ਦਾ ਯਤਨ ਕਰੇ ਉਹਦੇ ਆਓ ਧਿਆਨ ਦਿਓ ਜੀ ਹੁਣ ਦੋਸਤ ਦਮਨ ਦੇ ਨਾਲ ਵਿਚਾਰ ਹੋਈ ਹੈ ਦੋਸਤ ਦਮਨ ਨੂੰ ਪੁੱਛਿਆ ਗਿਆ ਕਿ ਤੈਨੂੰ ਮਾਤ ਲੋਕ ਦੇ ਅੰਦਰ ਜਾਣਾ ਪਵੇਗਾ ਦੋਸਤ ਦਮਨ ਕਹਿਣ ਲੱਗੇ ਨਹੀਂ ਦਾਤਾ ਮੈਂ ਸੰਸਾਰ ਦੇ ਅੰਦਰ ਨਹੀਂ ਜਾਣਾ ਚਾਹਦਾ ਪਰ ਅਕਾਲ ਪੁਰਖ ਪਰਮਾਤਮਾ ਪੁੱਛਦਾ ਇਹ ਕਾਰਨ ਕੀ ਹੈ ਉਹ ਕਹਿੰਦਾ ਕਾਰਨ ਇਹ ਜਿੰਨੀ ਕਿ ਮੇਰੀ ਸੋਚ ਮੈਂ ਆਪਣੀ ਸੋਚ ਮੁਤਾਲਕ ਦੱਸ ਸਕਦਾ ਹਾਂ ਮੈਂ ਤੇਰੇ ਤੋਂ ਵਿਛੜਨਾ ਨਹੀਂ ਚਾਹੁੰਦਾ ਮੇਰੇ ਮਨ ਦੀ ਤਮੰਨਾ ਹੈ ਮੈਂ ਤੇਰੇ ਨਾਲ ਜੁੜਿਆ ਰਹਾਂ ਕਈ ਪ੍ਰਾਣੀ ਅੱਜ ਵੀ ਸੰਸਾਰ ਦੇ ਅੰਦਰ ਮੈਂ ਐਸੇ ਵੇਖੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਇਸ਼ਨਾਨ ਪਾਣੀ ਕਰਦੇ ਨੇ ਛਕ ਦੇ ਬਾਅਦ ਵਿੱਚ ਨੇ ਪਹਿਲਾਂ ਗੁਰੂ ਦਾ ਦਰਸ਼ਨ ਕਰਦੇ ਨੇ ਉਹਨਾਂ ਦੇ ਜੀਵਨ ਦਾ ਨੇਮ ਹੈ ਜੋ ਕੁਝ ਮਰਜ਼ੀ ਹੋ ਜਾਵੇ ਪਰ ਉਹਨਾਂ ਨੇ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਜ਼ਰੂਰ ਰੱਖਣਾ ਵੀ ਚਾਹੀਦਾ ਕਿਉਂਕਿ ਜਿਸ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਇੰਨੀਆਂ ਦਾਤਾਂ ਦੇ ਕੇ ਨਵਾਜਿਆ ਹੋਵੇ ਤੇ ਭਾਗਾਂ ਵਾਲਿਓ ਫਿਰ ਨਾ ਸ਼ੁਕਰੇ ਨਹੀਂ ਹੋਣਾ ਚਾਹੀਦਾ ਸਤਿਗੁਰਾਂ ਦਾ ਸ਼ੁਕਰ ਕਰਨਾ ਚਾਹੀਦਾ ਹੁਣ ਭਾਗਾਂ ਵਾਲਿਓ ਦੁਸਤ ਦਮਨ ਪੁੱਛਦਾ ਏ ਕਹਿਣ ਲੱਗਾ ਦਾਤਾ ਮੈਂ ਨਹੀਂ ਜਾ ਸਕਦਾ ਕਹਿਣ ਲੱਗਾ ਕਿਉਂ ਨਹੀਂ ਜਾ ਸਕਦਾ ਕਹਿਣ ਲੱਗਾ ਦਾਤਾ ਮੈਂ ਤੇਰੇ ਰੰਗ ਵਿੱਚ ਰੰਗਿਆ ਰਵਾਂ ਬਸ ਇਹੀ ਮੇਰੀ ਤਮੰਨਾ ਹੈ ਅਕਾਲ ਪੁਰਖ ਪਰਮਾਤਮਾ ਕਹਿਣ ਲੱਗੇ ਨਹੀਂ ਦੁਸਤ ਦਮਨ ਤੈਨੂੰ ਮਾਤ ਲੋਕ ਦੇ ਅੰਦਰ ਜਾਣਾ ਪਵੇਗਾ ਇਹ ਮੈਂ ਨਹੀਂ ਕਹਿੰਦਾ ਸਤਿਗੁਰਾਂ ਦੀ ਆਪਣੀ ਪਾਵਨ ਰਚਤ ਅੰਦਰ ਇਹ ਲਿਖਿਆ ਹੋਇਆ तही प्रकाश हमारा भयो पटना शहर विखे पावन ये पावन बचन जेड़े सन ये भागा वाले दुष्ट दमन के रूप में सतगुरां ने कह दिंदे सन हुण मेरे सतगुरु पातशाह महाराज की कृपा कर बेनती की दुष्ट दमन ने दाता हाँ मैं
ਸੰਸਾਰ ਅੰਦਰ ਜਾਣ ਵਾਸਤੇ ਤਿਆਰ ਹਾਂ, ਪਰ ਇੱਕ ਗੱਲ ਯਾਦ ਰੱਖਿਓ ਜੇ ਮੇਰੀ, ਜਦ ਮੈਂ ਤੈਨੂੰ ਚਾਹਾਂ, ਜਦ ਮੈਂ ਤੈਨੂੰ ਯਾਦ ਕਰਾਂ, ਸਤਿਗੁਰੂ ਇੱਕ ਛਿੰਨ ਦੇ ਵਿੱਚ ਮੇਰੇ ਪਾਸ ਹੋਣਾ ਚਾਹੀਦਾ। ਇੱਕ ਵਾਰ ਕਹੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਅਸੀਂ ਪਤਾ ਕੀ ਸੋਚਦੇ ਹਾਂ, ਧਿਆਨ ਦਿਓ ਜੀ। ਸਵੇਰੇ ਗੁਰਦੁਆਰੇ ਬੈਠੇ ਨਾ, ਸ਼ਾਮ ਨੂੰ ਮਨ ਡਾਵਾ ਡੋਲ ਜਿਹਾ ਹੋਣ ਲੱਗ ਪੈਂਦਾ ਵੀ ਹੁਣ ਹੋਰ ਕਿਸੇ ਬੰਦੇ ਜਾਣਾ ਚਾਹੀਦਾ। ਮੈਂ ਇੱਕ ਬੇਨਤੀ ਕਰਾਂ, ਅਰਦਾਸ ਇੱਕ ਛਿੰਨ ਵਿੱਚ ਪੂਰੀ ਹੋ ਜਾਂਦੀ ਹੈ। ਤੁਸੀਂ ਆਖੋਗੇ ਬਾਬਾ ਜੀ ਇੱਕ ਛਿੰਨ ਵਿੱਚ ਹੋ ਜਾਂਦੀ ਹੈ, ਮੈਂ ਨਹੀਂ ਕਹਿੰਦਾ, ਮੇਰੇ ਦਾਦੇ ਦੀ ਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਬਸ ਜਨ ਬਣਨ ਦੀ ਲੋੜ ਹੈ। ਇੱਥੇ ਜਨ ਬਣਨਾ ਬੜਾ ਔਖਾ ਹੈ। ਜਿਹੜਾ ਮਨੁੱਖ ਗੁਰੂ ਘਰ ਦੇ ਵਿੱਚ ਜਨ ਬਣ ਕੇ ਆ ਗਿਆ, ਉਹਦੀ ਇੱਕ ਜ਼ਬਾਨ ਦਾ ਬੋਲਿਆ ਹੋਇਆ ਜਿਹੜਾ ਲਫ਼ਜ਼ ਹੈ ਉਹ ਛਿੰਨ ਵਿੱਚ ਪ੍ਰਵਾਨ ਹੋ ਜਾਵੇਗਾ। ਹੁਣ ਭਾਗਾ ਵਾਲੇ ਦੁਸ਼ਟ ਦਮਨ ਅਕਾਲ ਪੁਰਖ ਪਰਮਾਤਮਾ ਦੇ ਨਾਲ ਵਾਅਦਾ ਕੀਤਾ, ਉਧਰ ਜੇ ਸੰਸਾਰ ਦੀ ਧਰਤੀ ਤੇ ਝਾਤ ਮਾਰੀਏ ਤੇ ਭਾਗਾ ਵਾਲੇ ਮਾਂ ਗੁਜਰੀ ਵਰਗੀ ਮਾਂ ਦੁਨੀਆ ਦੇ ਅੰਦਰ ਅਜੇ ਪੈਦਾ ਨਹੀਂ ਹੋਈ ਤੇ ਨਾ ਹੋਈ। ਭਾਗਾ ਵਾਲੇ ਉਸ ਮਾਂ ਦਾ ਮੈਂ ਕੀ ਜ਼ਿਕਰ ਕਰਾਂ, ਜਿਸ ਮਾਂ ਨੇ ਆਪਣੇ ਜੀਵਨ ਦੇ ਅੰਦਰ ਸਾਡੀ ਸਿੱਖ ਕੌਮ ਨੂੰ, ਇੱਕ ਮੈਂ ਪਹਿਲਾਂ ਬੇਨਤੀ ਕਰਦੇ ਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਲੈ ਕੇ ਅਸੀਂ ਸਿੱਖ ਸਾਂ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ, ਉਦੋਂ ਸਾਨੂੰ ਸਿੰਘ ਤੇ ਕੌਰ ਸ਼ਬਦ ਦਿੱਤਾ। ਅੱਜ ਸਾਡੇ ਤੋਂ ਇਹ ਅਲੋਪ ਹੁੰਦਾ ਜਾ ਰਿਹਾ ਹੈ। ਗੁਰੂ ਬਾਬਾ ਕਿਰਪਾ ਕਰੇ, ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਉਹ ਮਾਂ ਗੁਜਰ ਕੌਰ ਨੇ ਕਰ ਕਰਕੇ ਤਪੱਸਿਆ, ਕਰ ਕਰਕੇ ਬੰਦਗੀ, ਕਰ ਕਰਕੇ ਭਗਤੀ ਸਾਧਨਾ, 26 ਸਾਲ ਬੀਤਣ ਤੋਂ ਬਾਅਦ, 26 ਸਾਲ ਕੋਈ ਉਮਰ ਛੋਟੀ ਨਹੀਂ ਹੁੰਦੀ, 26 ਸਾਲ ਪਰਮੇਸ਼ਰ ਨੂੰ ਯਾਦ ਕਰਦੀ ਰਹੀ। ਕਦੇ ਨਹੀਂ ਮਨ ਚ ਮੰਗਿਆ ਕਿ ਦਾਦਾ ਘਰ ਵਿੱਚ ਪੁੱਤਰ ਹੋਣਾ ਚਾਹੀਦਾ। ਜੇ ਭਰੋਸਾ ਹੈ ਨਾ ਗੁਰੂ ਦੇ ਉੱਤੇ, ਫਿਰ ਭਾਗਾਂ ਵਾਲੇ ਕੁਛ ਮੰਗਣ ਦੀ ਲੋੜ ਨਹੀਂ। ਜੇ ਤੂੰ ਸ਼ਰਧਾ ਕਰਕੇ ਆ ਗਿਆ ਤੇ ਮੇਰਾ ਗੁਰਦੇਵ ਫਿਰ ਆਪ ਕਹਿੰਦਾ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਹੁਣ ਭਾਗਾਂ ਵਾਲਿਓ, ਉਤਰਾ ਭਦਰਾ ਨੂੰ ਛੱਡਣ ਦਿਓ। 22 ਦਸੰਬਰ 1666 ਈਸਵੀ ਪਟਨਾ ਸਾਹਿਬ ਦੀ ਪਾਵਨ ਧਰਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਤੇ ਮਾਂ ਗੁਜਰ ਕੌਰ ਦੇ ਵਿਹੜੇ ਦੇ ਅੰਦਰ ਤੇ ਮਾਂ ਗੁਜਰ ਕੌਰ ਦੀ ਕੁੱਖ ਦੇ ਵਿੱਚੋਂ ਇੱਕ ਮਰਦਾ ਗੰਡਾ ਪੈਦਾ ਹੋਣ ਜਾ ਰਿਹਾ ਹੈ। ਮੈਂ ਇੱਥੇ ਇੱਕ ਬੇਨਤੀ ਕਰਦੇ ਆ, ਜਿਸ ਵੇਲੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਪ੍ਰਕਾਸ਼ ਹੋਣਾ ਸੀ ਨਾ, ਮਾਂ ਨੇ ਅਕਾਲ ਪੁਰਖ ਨੂੰ ਪਤਾ ਕੀ ਕਿਹਾ, ਦਾਦਾ ਮੈਨੂੰ ਐਸਾ ਪੁੱਤਰ ਦੇਣੀ ਜੇ ਦੇਣਾ ਹੈ ਜਿਹੜਾ ਸੰਸਾਰ ਦੇ ਲੋਕਾਂ ਦੀ ਬਾਂਹ ਫੜੇ, ਦੁਖੀਆਂ ਦਾ ਦੁੱਖ ਸਮਝੇ, ਨਿਮਾਣਿਆਂ ਦਾ ਮਾਣ ਹੋਵੇ, ਨਿਤਾਣਿਆਂ ਦਾ ਤਾਣ ਹੋਵੇ। ਐਸਾ ਪੁੱਤ ਨਹੀਂ ਜਿਹੜਾ ਸੰਸਾਰ ਦੇ ਅੰਦਰ ਆਪਣੇ ਪਰਿਵਾਰ ਦੀ ਵੀ ਜੇ ਕੁਰਬਾਨੀ ਕਰਨੀ ਪਵੇ ਤਾਂ ਸੀ ਨਾ ਕਰੇ। ਇਹ ਮਾਂ ਗੁਜਰ ਕੌਰ ਦੀਆਂ ਅਸੀਸਾਂ ਨੇ। ਆਹ ਲੱਗੇ ਨੇ ਉਹ ਭਾਗਾਂ ਵਾਲਾ ਦਿਨ ਸ਼ਨੀਚਰਵਾਰ ਹੈ। ਇੱਕ ਮੈਂ ਇੱਥੇ ਬੇਨਤੀ ਕਰਦੇ ਹਾਂ, ਅਸੀਂ ਬਹੁਤੇ ਲੋਕ ਸ਼ਨੀਚਰਵਾਰ ਤੋਂ ਬਹੁਤ ਜ਼ਿਆਦਾ ਅਸੀਂ ਵਿਚਾਰ ਕਰਦੇ ਹਾਂ। ਤੁਸੀਂ ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਹੋ, ਪੜ੍ਹੇ ਲਿਖੇ ਹੋ, ਅਸੀਂ ਇਹਦੇ ਭਾਗਾਂ ਵਾਲੇ ਇਹਨਾਂ 12 ਵਿੱਚੋਂ ਹੀ ਨਹੀਂ ਨਿਕਲ ਸਕੇ। ਬਾਹਰਲੇ ਮੁਲਕ ਦੀਆਂ ਜਿੰਨੀਆਂ ਵੀ ਕੰਟਰੀਆਂ ਨੇ, ਭਾਗਾਂ ਵਾਲੇ ਉਹ ਇਸ ਪੱਖ ਦੇ ਉੱਤੇ ਸੋਚਦੀਆਂ ਹੀ ਨਹੀਂ। ਤੇ ਅਸੀਂ ਜਦੋਂ ਸੋਚਣਾ ਸ਼ੁਰੂ ਕਰਦੇ ਹਾਂ, ਵੀਰਵਾਰ ਜਾਂ ਸ਼ਨੀਚਰਵਾਰ ਤੋਂ ਗੱਲ ਸਾਡੀ ਸ਼ੁਰੂ ਹੁੰਦੀ ਹੈ। ਪਰ ਗੁਰੂ ਬਾਬਾ ਕਿਰਪਾ ਕਰੇ, ਤਿੰਨ ਸ਼ਨੀਚਰਵਾਰ ਉਤਰਾ ਭਦਰਾ ਨਛੱਤਰ 22 ਦਸੰਬਰ 1666 ਈਸਵੀ ਨੂੰ ਪਟਨੇ ਦੀ ਪਾਵਨ ਧਰਤੀ ਦੇ ਉੱਤੇ ਮੇਰੇ ਕਲਗੀਆਂ ਵਾਲੇ ਪ੍ਰੀਤਮ ਦਾ ਜਿਵੇਂ ਪ੍ਰਕਾਸ਼ ਹੋਣ ਜਾ ਰਿਹਾ, ਕਵੀ ਦੀ ਕਲਮ ਜ਼ਲਮਾਂ ਦਾ ਢਾਡੀ ਦਾ ਤੁਹਾਨੂੰ ਬੋਲਾਂ ਦਾ ਵੇਰਵਾ ਬਈ ਹੈ ਕਿਉਂ ਮਾਰਿਆ। ਉਹ ਵਿੱਚ ਪਟਨੇ
ने अवतार धार के आप खुदा बन आया है। प्रकाश होया ते दास ते ढाडी जथे वालों आप जी नूं करोड़ां ही वार ਵਧਾਈਆਂ होण क्योंकि मेरे कलगियां वाले पातशाह दी देन है आ जेड़े आपां इत्थे जुड़ बैठे आ ना ये मेरे कलगियां वाले पातशाह महाराज दी बदौलत आपां इत्थे बैठे आ जे भागा वालिओ मेरे कलगियां वाले पातशाह दी इंनियां कुर्बानियां ना होंदियां ना हिंदू हुंदा ना मुसलमान हुंदा ना इत्थे गीता ना इत्थे कुरान हुंदा ते भागा वाले सच जानियो दे ये मेरे सतगुरु पातशाह महाराज जी दी कुर्बानियां सदका ही ये असीं आनंद अते मौज मेले मान रहे हैं। शुकराना करिया करो साहिब दा। मां गुजर कौर नूं ਵਧਾਈਆਂ ਦਿੱਤੀਆਂ गईयां ते नौवें पातशाह गुरु तेग बहादुर साहब महाराज आसाम दी धरती ते गए होए ने पर इधर कहंदे जदों संसार दे अंदर कोई रब्बी जोत आउंदी है ਉਹਨੂੰ ਸਾਰਿਆਂ ਨੂੰ ਪਛਾਣਨਾ ਨਹੀਂ ਆਉਂਦਾ ਪਛਾਣ ਉਹੀ ਸਕਦਾ ਜਿਹਦੀ ਅੰਦਰੋਂ ਦਿਲੋਂ ਪਰੀਤ ਹੋਵੇ। ਬਹੁਤ ਸਿਆਣੇ ਸੂਝਵਾਨ ਤੁਸੀਂ ਬੈਠੇ ਹੋ ਸਾਡੇ ਲੋਕ ਪਤਾ ਕੀ ਕਰਦੇ ਨੇ ਦੂਜੇ ਧਰਮ ਦੇ ਉੱਤੇ ਉਂਗਲ ਬੜੀ ਛੇਤੀ ਚੱਕਦੇ ਨੇ। ਮੈਂ ਬੇਨਤੀ ਕਰਾਂ ਇਹ ਸਾਡੀ ਬਹੁਤ ਵੱਡੀ ਭੁੱਲ ਹੈ। ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਵਚਨ ਹੈ ਹਮ ਨਹੀਂ ਚੰਗੇ बुरा नहीं कोई रोज असी पढ़ते हम नहीं चंगे बुरा नहीं कोई ते फिर भागा वाले दूजे धर्म नूं माड़ा कहण दा लाइसेंस सानूं किन्ने दित्ता ये गल सोचनी पवेगी। हुण कई लोग कहणगे बाबा जी सारियां च रब वसदा है तुसीं मनदे हो सारियां च रब वसदा जी मनदे हो। मैं एक बेनती हुण करने लगा जे मनदे हो फिर मेरे सतगुरां दी बाणी ते विचार करना पवेगा। जे मनदे हो सारियां विच रब वसदा है भरा भरा दे नाल ठगी क्यों मारदे हो। जे मनदे हो सारियां च रब वसदा है शरीके दा हिस्सा क्यों खा रहे हो। जे मनदे हो सारियां च रब वसदा है फिर आंढ गुआंढ जां दूसरे धर्म दीयां बखतौइयां क्यों करदे हो। हाँ जे मनदे हो ना सच्ची गल है सारियां च रब वसदा है फिर गुरबाणी कहंदी ना ओ मरे ना ठाके जाहे जिनका राम वसे मन माहे। जे सारियां विच रब वसदा है फिर बंदियां नूं ठगदा किनूं है रब नूं ठगदा पर ना ओ मरे ना ठाके जाहे तेरे तो रब नहीं ठगिया जाना। ठीक है दुनिया दी चतराइयां तू वरत सकदे नगर कढ़ाम दे विच एक